ਕੋਵਿਡ-19 ਕਰਕੇ ਬੱਸਾਂ ਦੀ ਵਰਤੋਂ ਘੱਟ ਹੋ ਜਾਣ ਕਰਕੇ ਟਰਾਂਸਲਿੰਕ ਨੇ ਐਲਾਨ ਕੀਤਾ ਸੀ ਕਿ ਮਈ ਦੇ ਅੱਧ ਤੋਂ ਸਰਵਿਸ ਨੂੰ ਹੋਰ ਜ਼ਿਆਦਾ ਘੱਟ ਕਰ ਦਿੱਤਾ ਜਾਵੇਗਾ ਤੇ 1500 ਕਾਮਿਆਂ ਨੂੰ ਆਰਜ਼ੀ ਤੌਰ ਤੇ ਕੰਮ ਤੋਂ ਹਟਾ ਦਿੱਤਾ ਜਾਵੇਗਾ। ਟਰਾਂਸਲਿੰਕ ਨੇ ਆਪਣੇ ਇਸ ਐਲਾਨ ਨੂੰ ਹੁਣ ਵਾਪਸ ਲੈ ਲਿਆ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਤੇ ਟਰਾਂਸਲਿੰਕ ਵੱਲੋਂ ਮਿਲ ਕੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। 18 ਮਈ ਤੋਂ ਇਸ ਐਲਾਨ ਨੂੰ ਲਾਗੂ ਕਰਨ ਦਾ ਕਿਹਾ ਗਿਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 18 ਮਈ ਤੋਂ ਸਰਵਿਸ ਨੂੰ ਹੋਰ ਜ਼ਿਆਦਾ ਘੱਟ ਕਰ ਦਿੱਤਾ ਜਾਵੇਗਾ। ਪਰ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਕਿ ਵੱਖੋ ਵੱਖਰੇ ਫੇਸਿਸ ਦੇ ਵਿੱਚ ਮੁੜ ਤੋਂ ਇਕਨੋਮੀ ਨੂੰ ਖੋਲ੍ਹਣ ਵਾਸਤੇ ਕਦਮ ਚੁੱਕੇ ਜਾ ਰਹੇ ਨੇ, ਉਸ ਦੇ ਵਿੱਚ ਕੰਮ ਤੇ ਜਾਣ ਲਈ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਬਲਿਕ ਟਰਾਂਸਪੋਰਟ ਦੀ ਲੋੜ ਵੀ ਪਵੇਗੀ। ਤਾਂ ਇਸੇ ਨੂੰ ਦੇਖਦੇ ਹੋਏ ਟਰਾਂਸਲਿੰਕ ਨੂੰ ਕਿਹਾ ਗਿਆ ਹੈ ਸਰਕਾਰ ਦੇ ਵੱਲੋਂ ਕਿ ਜੋ ਵੀ ਉਹਨਾਂ ਦੇ ਵੱਲੋਂ ਬਣਦੀ ਮਦਦ ਹੋਵੇਗੀ ਉਹ ਕਰਨਗੇ। ਜਿਸ ਤੋਂ ਬਾਅਦ ਹੁਣ ਕੇਵਿਨ ਡੈਸਮੰਡ ਜੋ ਕਿ ਟਰਾਂਸਲਿੰਕ ਦੇ CEO ਨੇ, ਉਹਨਾਂ ਨੇ ਬਿਆਨ ਵੀ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਇਸ ਦੇ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ ਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਉਸ ਤਹਿਤ ਉਹ ਆਪਣੀ ਸਰਵਿਸ ਨੂੰ ਘੱਟ ਨਹੀਂ ਕਰਨਗੇ। ਜਦ ਕਿ ਪਹਿਲਾਂ ਕੀ ਹੋਣਾ ਸੀ ਕਿ ਮਈ 18 ਤੋਂ ਟਰਾਂਸਲਿੰਕ ਦੇ ਵੱਲੋਂ ਆਪਣੀ ਸਰਵਿਸ ਨੂੰ ਹੋਰ ਜ਼ਿਆਦਾ ਘੱਟ ਕਰ ਦਿੱਤਾ ਜਾਣਾ ਸੀ ਤੇ 1500 ਕਾਮਿਆਂ ਨੂੰ ਕੰਮ ਤੋਂ ਹਟਾ ਦਿੱਤਾ ਜਾਣਾ ਸੀ ਆਰਜ਼ੀ ਤੌਰ ਦੇ ਉੱਤੇ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਜਿਹੜੇ ਕਾਮਿਆਂ ਨੂੰ ਨੋਟਿਸ ਦਿੱਤੇ ਗਏ ਸਨ ਕਿ ਆਰਜ਼ੀ ਤੌਰ ਦੇ ਉੱਤੇ ਉਹਨਾਂ ਨੂੰ ਕੰਮ ਤੋਂ ਹਟਾਇਆ ਜਾ ਰਿਹਾ ਹੈ, ਉਹ ਨੋਟਿਸ ਵੀ ਉਹਨਾਂ ਤੋਂ ਵਾਪਸ ਲਏ ਜਾ ਰਹੇ ਨੇ ਤੇ ਨਾਲ ਹੀ ਇਸ ਸੰਬੰਧੀ ਐਲਾਨ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਵੀ ਕਰ ਦਿੱਤਾ ਗਿਆ ਤੇ ਟਰਾਂਸਲਿੰਕ ਦੇ ਵੱਲੋਂ ਵੀ। ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਤਹਿਤ ਡਰ ਦੇ ਮਾਰੇ ਕਈ ਲੋਕ ਬੱਸਾਂ ਦੇ ਵਿੱਚ ਸਫ਼ਰ ਕਰਨਾ ਉਹਨਾਂ ਨੇ ਘੱਟ ਕਰ ਦਿੱਤਾ ਸੀ। ਤਾਂ ਦੂਜੇ ਪਾਸੇ ਇਹ ਵੀ ਸੀ ਕਿ ਕੋਵਿਡ-19 ਦੇ ਕਰਕੇ ਡਰਾਈਵਰਸ ਨੂੰ ਸੁਰੱਖਿਅਤ ਰੱਖਣ ਵਾਸਤੇ ਅੱਗੇ ਵਾਲੇ ਦਰਵਾਜ਼ੇ ਬੱਸਾਂ ਦੇ ਬੰਦ ਕਰ ਦਿੱਤੇ ਗਏ ਸਨ, ਜਿਸ ਤਹਿਤ ਕਿਰਾਇਆ ਲੈਣਾ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਕਰਕੇ ਟਰਾਂਸਲਿੰਕ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਤੇ ਉਸ ਘਾਟੇ ਨੂੰ ਪੂਰਾ ਕਰਨ ਦੇ ਵਾਸਤੇ ਫੈਡਰਲ ਸਰਕਾਰ ਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਤੋਂ ਜਾਂ ਫਿਰ ਜਿੱਥੇ ਵੀ ਜਿਹੜੇ ਟਰਾਂਜ਼ਿਟ ਦਾ ਸਰਵਿਸ ਹੈ ਉਹਨਾਂ ਵੱਲੋਂ ਆਪੋ ਆਪਣੀਆਂ ਸੂਬਾ ਸਰਕਾਰਾਂ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਦੋਂ ਵੀ ਕੀਤੀ ਜਾ ਰਹੀ ਸੀ ਤੇ ਇਸ ਸੰਬੰਧੀ ਹੁਣ ਸਰਕਾਰਾਂ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ। ਇੱਥੇ ਜ਼ਿਕਰਯੋਗ ਹੈ ਕਿ ਸਰਵਿਸ ਘੱਟ ਹੋਣ ਕਰਕੇ ਤੇ ਸਵਾਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਤੇ ਕਮਾਈ ਨਾ ਹੋਣ ਕਰਕੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਸੀ। ਟਰਾਂਸਲਿੰਕ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਹਰ ਮਹੀਨੇ ਉਹਨਾਂ ਨੂੰ ਕਿੰਨੇ ਜ਼ਿਆਦਾ ਲੱਖਾਂ ਡਾਲਰ ਦਾ ਘਾਟਾ ਪੈ ਰਿਹਾ ਹੈ, ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਸਰਵਿਸ ਨੂੰ ਘਟਾ ਦਿੱਤਾ ਜਾਵੇਗਾ। ਪਰ ਹੁਣ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਮਦਦ ਕੀਤੀ ਜਾਵੇਗੀ ਤੇ ਸਰਵਿਸ ਨੂੰ ਘਟਾਇਆ ਨਾ ਜਾਵੇ, ਕਿਉਂਕਿ ਜੇਕਰ ਵੱਖ ਵੱਖਰੇ ਫੇਸਿਸ ਦੇ ਤਹਿਤ ਇਸ ਸਮੇਂ ਬ੍ਰਿਟਿਸ਼ ਕੋਲੰਬੀਆ 'ਚ ਕੰਮ ਨੂੰ ਖੋਲ੍ਹਣਾ ਸ਼ੁਰੂ ਕੀਤਾ ਗਿਆ ਹੈ ਤਾਂ ਅਹਿਮ ਲੋੜ ਹੋਵੇਗੀ ਕਿ ਪਬਲਿਕ ਟਰਾਂਸਪੋਰਟ ਹੈ ਜੋ ਉਸ ਸਮੇਂ ਦੇ ਉੱਤੇ ਜਿਸ ਤਰ੍ਹਾਂ ਚੱਲ ਰਹੀ ਸੀ ਉਸੇ ਤਰ੍ਹਾਂ ਚੱਲੇ, ਕਿਉਂਕਿ ਹੁਣ ਇੱਥੇ ਇਹ ਵੀ ਹੈ ਕਿ ਇੱਕ ਬੱਸ ਦੇ ਵਿੱਚ ਜ਼ਿਆਦਾ ਸਵਾਰੀਆਂ ਨਹੀਂ ਚੜਾਈਆਂ ਜਾਣਗੀਆਂ, ਕਿਉਂਕਿ ਕੋਵਿਡ-19 ਦੇ ਕਰਕੇ ਜੋ ਹਦਾਇਤਾਂ ਦੀ ਪਾਲਣਾ ਕਰਨੀ ਹੈ ਉਸ ਤਹਿਤ ਜਿੱਥੇ ਇੱਕ ਪਾਸੇ 1 ਜੂਨ ਤੋਂ ਬੱਸਾਂ ਦਾ ਕਿਰਾਇਆ ਲੈਣਾ ਵੀ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਪਹਿਲਾਂ ਐਲਾਨ ਕੀਤਾ ਸੀ ਇਸ ਤੁਹਾਨੂੰ ਦੱਸਿਆ ਵੀ ਸੀ। ਤੇ ਜੇਕਰ ਤੁਹਾਨੂੰ ਨਹੀਂ ਸੀ ਪਤਾ ਤਾਂ ਤੁਹਾਨੂੰ ਦੱਸ ਦੇਈਏ ਕਿ ਕਿਰਾਇਆ ਲੈਣਾ 1 ਜੂਨ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਮਈ ਵਿੱਚ ਤਾਂ ਟਰਾਂਜ਼ਿਟ ਦਾ ਕਿਰਾਇਆ ਨਹੀਂ ਲਿਆ ਜਾ ਰਿਹਾ, ਮਈ ਮਹੀਨਾ ਤਾਂ ਮੁਫਤ ਦੇ ਵਿੱਚ ਹੀ ਸਫ਼ਰ ਕੀਤਾ ਜਾ ਸਕਦਾ, ਪਰ ਬੱਸਾਂ ਦਾ ਕਿਰਾਇਆ 1 ਜੂਨ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੇ ਵਾਸਤੇ ਆਪਣੇ ਕੰਪਸ ਕਾਰਡ ਵੀ ਚਾਰਜ ਕਰਵਾਏ ਜਾ ਸਕਦੇ ਨੇ ਤੇ ਜਿਨ੍ਹਾਂ ਨੇ ਕੈਸ਼ ਲੈ ਕੇ ਜਾਣਾ ਹੋਵੇ ਉਹ ਜ਼ਰੂਰ ਨਾਲ ਆਪਣੇ ਕੋਇਨ ਲੈ ਕੇ ਜਾਣ ਜਦੋਂ ਬੱਸਾਂ ਦਾ ਸਫ਼ਰ ਕਰਨਾ ਹੋਵੇ, ਕਿਉਂਕਿ 1 ਜੂਨ ਤੋਂ ਕਿਰਾਇਆ ਲਾਜ਼ਮੀ ਹੋਵੇਗਾ। ਤੇ ਇਸ ਸੰਬੰਧੀ ਡਰਾਈਵਰਸ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੇ ਵੱਖਰੇ ਕੈਬਿਨ ਬਣਾ ਦਿੱਤੇ ਗਏ ਨੇ। 1 ਜੂਨ ਤੱਕ ਇਸ ਦੇ ਉੱਤੇ ਕੰਮ ਪੂਰੀ ਤਰ੍ਹਾਂ ਪੂਰਾ ਹੋ ਜਾਵੇਗਾ ਕਿ ਡਰਾਈਵਰਸ ਕਿਸੇ ਵੀ ਤਰ੍ਹਾਂ ਸਵਾਰੀਆਂ ਦੇ ਸੰਪਰਕ ਵਿੱਚ ਨਾ ਆਉਣ ਤਾਂ ਕਿ ਉਹਨਾਂ ਦੀ ਸੁਰੱਖਿਆ ਬਣੀ ਰਹੇ ਤੇ ਇਸੇ ਦੇ ਨਾਲ ਸਵਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵੀ ਬੱਸਾਂ ਦੇ ਵਿੱਚ ਜ਼ਿਆਦਾ ਸਵਾਰੀਆਂ ਨਹੀਂ ਚੜਾਈਆਂ ਜਾਣਗੀਆਂ। ਬਿਲਕੁਲ ਸੀਮਤ ਸੀਮਾ ਤੱਕ ਗਿਣਤੀ ਦੀਆਂ ਸਵਾਰੀਆਂ ਬੱਸਾਂ ਦੇ ਵਿੱਚ ਚੜਾਈਆਂ ਜਾਣਗੀਆਂ, ਜਿਨ੍ਹਾਂ ਨੂੰ ਦੂਰ ਦੂਰ ਬੈਠਣ ਦੇ ਵਾਸਤੇ ਉੱਥੇ ਪਹਿਲਾਂ ਤੋਂ ਸਾਈਨ ਲਗਾਏ ਗਏ ਨੇ ਕਿ ਉਹਨਾਂ ਨੇ ਬੈਠਣਾ ਹੈ। ਤਾਂ ਫਿਰ ਉਸ ਤੋਂ ਬਾਅਦ ਜੋ ਇਸ ਵਕਤ ਹੋ ਰਿਹਾ ਹੈ ਕਿ ਬੱਸ ਫੁੱਲ ਹੋਣ ਦੇ ਬੋਰਡ ਲਗਾ ਦਿੱਤੇ ਜਾਣਗੇ ਕਿ ਹੋਰ ਸਵਾਰੀਆਂ ਨੂੰ ਨਹੀਂ ਚੜਾਇਆ ਜਾ ਸਕਦਾ ਤੇ ਜੇਕਰ ਸਵਾਰੀਆਂ ਕਿਸੇ ਸਟਾਪ ਤੇ ਉਤਰਦੀਆਂ ਨੇ ਤਾਂ ਹੀ ਉਨੀਆਂ ਹੀ ਸਵਾਰੀਆਂ ਨੂੰ ਫਿਰ ਚੜਾਇਆ ਜਾਵੇਗਾ, ਜਿਸ ਨੂੰ ਲੈ ਕੇ ਇਹ ਵੀ ਹੈ ਕਿ ਸਰਵਿਸ ਇਸ ਵਕਤ ਇਸੇ ਤਰ੍ਹਾਂ ਚੱਲਣੀ ਜ਼ਰੂਰੀ ਵੀ ਮੰਨੀ ਜਾ ਰਹੀ ਹੈ, ਕਿਉਂਕਿ ਜਦੋਂ ਘੱਟ ਸਵਾਰੀਆਂ ਚੜ੍ਹਨੀਆਂ ਨੇ ਤਾਂ ਬਹੁਤ ਸਾਰੇ ਲੋਕਾਂ ਨੂੰ ਇੱਕੋ ਵਾਰ ਬੱਸ ਚੜ੍ਹਨਾ ਨਹੀਂ ਮਿਲਣਾ। ਤਾਂ ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਸ ਸਟਾਪਸ ਦੇ ਉੱਤੇ ਵੀ ਜੇਕਰ ਜਿੰਨੇ ਵੀ ਲੋਕ ਖੜ੍ਹਦੇ ਨੇ ਉਹ ਇੱਕ ਦੂਜੇ ਤੋਂ ਦੂਰੀ ਬਣਾ ਕੇ ਖੜ੍ਹਨ ਤੇ ਅਜਿਹਾ ਬਿਲਕੁਲ ਵੀ ਨਾ ਕੀਤਾ ਜਾਵੇ ਕਿ ਅਣਗਹਿਲੀ ਕੀਤੀ ਜਾਵੇ ਕਿ ਇੱਕ ਦੂਜੇ ਦੇ ਤੁਸੀਂ ਨੇੜੇ ਖੜ੍ਹੇ ਹੋ। ਤਾਂ ਬੱਸਾਂ ਦੇ ਵਿੱਚ ਤਾਂ ਬੇਸ਼ੱਕ ਇਸ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ,
ਪਰ ਪਬਲਿਕ ਥਾਵਾਂ ਦੇ ਉੱਤੇ ਜਿੱਥੇ ਵੀ ਮੌਜੂਦ ਹੋ ਉੱਥੇ ਆਪਣੇ ਆਪ ਦਾ ਆਪ ਧਿਆਨ ਰੱਖਣਾ ਪੈਣਾ ਹੈ ਕਿ ਤੁਸੀਂ ਦੂਜਿਆਂ ਤੋਂ ਦੂਰੀ ਬਣਾ ਕੇ ਖੜੋ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜੋ ਤੁਹਾਨੂੰ ਸਾਹਮਣੇ ਵਾਲਾ ਵਿਅਕਤੀ ਤੰਦਰੁਸਤ ਦਿਖ ਰਿਹਾ ਹੈ ਉਹ ਤੰਦਰੁਸਤ ਹੋਵੇ ਹੀ, ਕਿਉਂਕਿ 14 ਦਿਨ ਤੱਕ ਨਹੀਂ ਪਤਾ ਲੱਗਦਾ ਕਿ ਕੋਵਿਡ-19 ਦਾ ਹਮਲਾ ਹੋਇਆ ਹੈ ਕਿ ਵਿਅਕਤੀ ਕਰੋਨਾ ਵਾਇਰਸ ਤੋਂ ਪੀੜਤ ਹੈ ਜਾਂ ਨਹੀਂ। ਤੇ ਇਸ ਸੰਬੰਧੀ ਜਾਗਰੂਕਤਾ ਫੈਲਾਉਣ ਦੇ ਲਈ ਵੀ ਬਾਰ-ਬਾਰ ਜਾਣਕਾਰੀ ਦਿੱਤੀ ਜਾ ਰਹੀ ਹੈ, ਕਿਉਂਕਿ ਹੁਣ ਜਦੋਂ ਇਕਨੋਮੀ ਖੋਲੀ ਵੀ ਜਾ ਰਹੀ ਹੈ, ਵੱਖੋ ਵੱਖਰੇ ਬਿਜ਼ਨਸ ਖੋਲੇ ਵੀ ਜਾ ਰਹੇ ਨੇ, ਤਾਂ ਇੱਥੇ ਚੇਤਾਵਨੀਆਂ ਖਾਸ ਤੌਰ ਦੇ ਉੱਤੇ ਦਿੱਤੀਆਂ ਜਾ ਰਹੀਆਂ ਨੇ ਕਿ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਜ਼ਰੂਰ ਮੰਨਿਆ ਜਾਵੇ, ਕਿਉਂਕਿ ਜੇਕਰ ਇਹਨਾਂ ਹਦਾਇਤਾਂ ਦੀ ਪਾਲਣਾ ਪੂਰੀ ਤਰ੍ਹਾਂ ਕੀਤੀ ਜਾਵੇਗੀ ਤਾਂ ਹੀ ਹੋ ਸਕਦਾ ਕਿ ਲੰਮੇ ਚਿਰ ਵਾਸਤੇ ਇਸ ਚੀਜ਼ ਨੂੰ ਖੋਲ੍ਹਿਆ ਜਾ ਸਕੇ, ਆਰਥਿਕਤਾ ਨੂੰ ਮੁੜ ਤੋਂ ਲੀਹ 'ਤੇ ਲਿਆਉਣ ਵਾਸਤੇ ਉਪਰਾਲੇ ਕੀਤੇ ਜਾ ਸਕਣ। ਕਿਉਂਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਦਿਨ ਬ ਦਿਨ ਇਸ ਦੇ ਪਿੱਛੇ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਤੁਹਾਨੂੰ ਇਸ ਸਵੇਰੇ ਵੀ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਹੀ ਨਹੀਂ, ਕੈਨੇਡਾ ਭਰ ਦੇ ਵਿੱਚ ਨੌਕਰੀਆਂ ਨੇ ਜੋ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਗਈਆਂ। 2 ਮਹੀਨੇ ਦੇ ਸਮੇਂ ਦੇ ਦਰਮਿਆਨ ਹੀ 2 ਮਿਲੀਅਨ ਦੇ ਕਰੀਬ ਨੌਕਰੀਆਂ ਚਲੀਆਂ ਗਈਆਂ ਨੇ ਕੈਨੇਡਾ ਭਰ ਦੇ ਵਿੱਚ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਅੰਕੜੇ ਅੱਜ ਸਵੇਰੇ ਜਾਰੀ ਕੀਤੇ ਗਏ ਨੇ ਤੇ ਇਸੇ ਨੂੰ ਦੇਖਦੇ ਹੋਏ ਵੱਖੋ ਵੱਖਰੇ ਕਦਮ ਵੱਖੋ ਵੱਖਰੇ ਸੂਬੇ ਚੱਕ ਰਹੇ ਨੇ ਕਿ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਆਰਥਿਕਤਾ ਨੂੰ ਇਸ ਵਕਤ ਨਾ ਖੋਲ੍ਹਿਆ ਗਿਆ। ਪਰ ਹੁਣ ਜਦੋਂ ਖੋਲ੍ਹਿਆ ਵੀ ਜਾਵੇਗਾ ਤਾਂ ਨਾਲ ਹੀ ਇਹ ਕਿਹਾ ਗਿਆ ਕਿ ਜਿਹੜੀਆਂ ਕੰਮ ਵਾਲੀਆਂ ਥਾਵਾਂ ਨੇ ਫਿਲਹਾਲ ਦੇ ਵਾਸਤੇ ਉੱਥੇ ਮਾਹੌਲ ਪਹਿਲਾਂ ਵਰਗਾ ਬਿਲਕੁਲ ਨਹੀਂ ਹੋਵੇਗਾ। ਹਰ ਥਾਂ ਦੇ ਉੱਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਦੇ ਨੇ। ਤੇ ਜੇਕਰ ਕੰਮ ਵਾਲੀਆਂ ਥਾਵਾਂ ਦੇ ਉੱਤੇ ਅਜਿਹਾ ਨਹੀਂ ਕੀਤਾ ਜਾ ਰਿਹਾ ਕਿ ਤੁਹਾਡੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ, ਜਿਹੜੇ ਕੰਮ ਵਾਲੇ ਥਾਵਾਂ ਦੇ ਉੱਤੇ ਤੁਸੀਂ ਜਾ ਵੀ ਰਹੇ ਹੋ ਉੱਥੇ ਜੇਕਰ ਤੁਹਾਡੀ ਸੁਰੱਖਿਆ ਨੂੰ ਲੈ ਕੇ ਖਤਰਾ ਪੈਦਾ ਹੁੰਦਾ ਤੁਹਾਨੂੰ ਦਿਖਾਈ ਦਿੰਦਾ ਤਾਂ ਨਾਲ ਦੀ ਨਾਲ ਆਪਣੇ ਵਰਕ ਸੇਫ ਦੇ ਜਿਹੜੇ ਵੀ ਵਿਭਾਗ ਨੇ ਹਰ ਸੂਬੇ ਤੋਂ ਉਹਨਾਂ ਨੂੰ ਫੋਨ ਕੀਤਾ ਜਾਵੇ, ਉੱਥੇ ਤੁਹਾਡਾ ਨਾਮ ਨਹੀਂ ਪੁੱਛਿਆ ਜਾਵੇਗਾ ਤੇ ਸ਼ਿਕਾਇਤਾਂ ਲਈਆਂ ਜਾਣਗੀਆਂ। ਇਸ ਦੇ ਨਾਲ ਹੀ ਜੋ ਵੱਖੋ ਵੱਖਰੀਆਂ ਸਹੂਲਤਾਂ ਇਸ ਸਮੇਂ ਵੀ ਦਿੱਤੀਆਂ ਜਾ ਰਹੀਆਂ ਨੇ ਉਹ ਹਜੇ ਜਾਰੀ ਹੀ ਰਹਿਣਗੀਆਂ। ਬੇਸ਼ੱਕ ਆਰਥਿਕਤਾ ਖੁੱਲ੍ਹ ਰਹੀ ਹੈ ਪਰ ਇਹ ਨਹੀਂ ਹੈ ਕਿ ਜਿਹੜੀਆਂ ਸਹੂਲਤਾਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਖਾਸ ਕੋਵਿਡ-19 ਦੇ ਕਰਕੇ ਉਹ ਬੰਦ ਹੋ ਜਾਣਗੀਆਂ। ਫਿਲਹਾਲ ਉਹ ਜਿਉਂ ਦੀਆਂ ਤਿਉਂ ਚੱਲ ਰਹੀਆਂ ਨੇ। ਇਸ ਦੇ ਉੱਤੇ ਜੇਕਰ ਕੋਈ ਹੋਰ ਅਪਡੇਟ ਆਉਂਦੀ ਹੈ ਅਸੀਂ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ। ਬੱਸਾਂ ਦੇ ਬਾਰੇ ਇਹੋ ਜਾਣਕਾਰੀ ਹੈ ਕਿ 1500 ਕਾਮੇ ਜਿਹੜੇ ਹਟਾਏ ਜਾਣੇ ਸੀ ਹੁਣ ਉਹਨਾਂ ਨੂੰ ਨਹੀਂ ਹਟਾਇਆ ਜਾਵੇਗਾ, ਕਿਉਂਕਿ ਪਬਲਿਕ ਟਰਾਂਸਪੋਰਟ ਦੇ ਉੱਤੇ ਬੇਸ਼ੱਕ ਸਫ਼ਰ ਕਰਨਾ ਇਸ ਵਕਤ ਘਟ ਗਿਆ ਹੈ। ਤਾਂ ਇਸ ਦੇ ਨਾਲ ਹੀ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਐਪਲ ਦੇ ਵੱਲੋਂ ਆਪਣੀ ਮੈਪਸ ਦੀ ਜੋ ਐਪਲੀਕੇਸ਼ਨ ਹੈ ਉਸ ਦੇ ਆਧਾਰ ਦੇ ਉੱਤੇ ਇੱਕ ਰਿਪੋਰਟ ਵੀ ਦਿੱਤੀ ਗਈ ਹੈ ਕਿ ਕੈਨੇਡਾ ਭਰ ਵਿੱਚ ਬੱਸਾਂ ਦੇ ਉੱਤੇ ਜਾਂ ਟਰਾਂਜ਼ਿਟ ਦੇ ਉੱਤੇ ਸਫ਼ਰ ਕਰਨ ਤੋਂ 80% ਤੋਂ ਜ਼ਿਆਦਾ ਲੋਕ ਹੁਣ ਗੁਰੇਜ਼ ਕਰ ਰਹੇ ਨੇ, ਜਿਸ ਦੇ ਵਿੱਚ ਮੈਪਸ ਦੇ ਉੱਤੇ ਸਰਚ ਘਟ ਗਈ ਹੈ ਕਿ ਟਰਾਂਜ਼ਿਟ ਦੇ ਤਹਿਤ ਰਸਤਾ ਪੁੱਛਣ ਨੂੰ ਲੈ ਕੇ। ਇਸ ਦੇ ਨਾਲ ਹੀ ਕਾਰਾਂ ਦੇ ਤਹਿਤ ਵੀ ਘਟੀ ਹੈ ਪਰ ਕਾਰਾਂ ਨਾਲ ਸੰਬੰਧਿਤ ਇੰਨੀ ਨਹੀਂ ਘਟੀ ਜਿੰਨੀ ਜ਼ਿਆਦਾ ਟਰਾਂਜ਼ਿਟ 'ਤੇ ਘਟੀ ਹੈ। ਯਾਨੀ ਕਿ ਹੁਣ ਇਹ ਵੀ ਮਾਹਰਾਂ ਦੇ ਵੱਲੋਂ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਜਦੋਂ ਕੋਵਿਡ-19 ਦਾ ਪ੍ਰਭਾਵ ਹਟ ਵੀ ਜਾਂਦਾ ਹੈ, ਕੋਵਿਡ-19 ਤੋਂ ਬਾਅਦ ਹਾਲਾਤ ਆਮ ਵਰਗੇ ਹੋਣੇ ਸ਼ੁਰੂ ਵੀ ਹੁੰਦੇ ਨੇ ਤਾਂ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਰਹੇਗਾ ਤੇ ਉਸ ਡਰ ਤਹਿਤ ਹੋ ਸਕਦਾ ਹੈ ਕਿ ਜ਼ਿਆਦਾ ਗਿਣਤੀ ਦੇ ਵਿੱਚ ਉਹ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਹੀ ਕਰਨ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕੰਮਾਂ 'ਤੇ ਜਾਣ ਵਾਸਤੇ ਜਿੱਥੇ ਇੱਕ ਪਾਸੇ ਟਰਾਂਜ਼ਿਟ ਦੀ ਵਰਤੋਂ ਕੀਤੀ ਜਾਂਦੀ ਹੈ, ਪਬਲਿਕ ਟਰਾਂਸਪੋਰਟ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਹੋ ਸਕਦਾ ਕਿ ਪਬਲਿਕ ਟਰਾਂਸਪੋਰਟ ਦੀ ਵਰਤੋਂ ਆਉਣ ਵਾਲੇ ਸਮੇਂ ਦੇ ਵਿੱਚ ਘਟ ਜਾਵੇ। ਪਰ ਜਿਵੇਂ ਕਿ ਵਿਦਿਆਰਥੀਆਂ ਦੇ ਕੋਲ ਕੋਈ ਹੋਰ ਜ਼ਰੀਆ ਨਹੀਂ ਹੁੰਦਾ ਤਾਂ ਉਹਨਾਂ ਵੱਲੋਂ ਹੋ ਸਕਦਾ ਹੈ ਕਿ ਪਬਲਿਕ ਟਰਾਂਸਪੋਰਟ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਇਸੇ ਤਰ੍ਹਾਂ ਕੀਤੀ ਜਾਵੇ। ਪਰ ਜਿਹੜੇ ਕੰਮ 'ਤੇ ਜਾਂਦੇ ਨੇ ਵਿਅਕਤੀ ਉਹ ਆਪਣੇ ਨਿੱਜੀ ਵਾਹਨਾਂ ਦੇ ਉੱਤੇ ਜਾਣਾ ਜ਼ਿਆਦਾ ਵਧੀਆ ਸਮਝਣਗੇ, ਕਿਉਂਕਿ ਕੋਵਿਡ-19 ਦੇ ਕਰਕੇ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਪੈ ਗਿਆ ਤੇ ਇਸੇ ਨੂੰ ਲੈ ਕੇ ਪਬਲਿਕ ਥਾਵਾਂ ਦੇ ਉੱਤੇ ਵੀ ਕੁਝ ਅਜਿਹਾ ਹੀ ਹੋਵੇਗਾ ਕਿ ਲੋਕਾਂ ਦਾ ਜਾਣਾ ਉੱਥੇ ਘੱਟ ਹੋ ਜਾਵੇਗਾ, ਕਿਉਂਕਿ ਕੋਵਿਡ-19 ਦੇ ਕਰਕੇ ਚੁਫੇਰੇ ਮਾਹੌਲ ਹੀ ਇਸ ਤਰ੍ਹਾਂ ਦਾ ਬਣ ਗਿਆ। ਤੇ ਇਸ ਨਾਲ ਹੀ ਜੇਕਰ ਇਸ ਉੱਤੇ ਕੋਈ ਹੋਰ ਅਪਡੇਟ ਆਉਂਦੀ ਹੈ ਅਸੀਂ ਤਾਂ ਦੀ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ।
ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।